Hello friends, welcome to on my YouTube channel Be Educational Winners। फ्रेंड्स आज ਅਸੀਂ ਸਿਵਿਕਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ। ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਜੋ ਅਨੁਸੂਚੀਆਂ ਹਨ 12 ਮਹੱਤਵਪੂਰਨ ਅਨੁਸੂਚੀਆਂ ਉਹਨਾਂ ਦੇ ਬਾਰੇ ਅਸੀਂ ਡਿਟੇਲ ਨਾਲ ਇਸ ਵੀਡੀਓ ਦੇ ਵਿੱਚ ਜਾਣਾਂਗੇ। ਫਰੈਂਡਸ ਬਹੁਤ ਹੀ ਇੰਪੋਰਟੈਂਟ ਟੌਪਿਕ ਹੋਏਗਾ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਤੇ ਸਪੈਸ਼ਲੀ ਪੀਐਸਟੈਟ ਈਟੀਟੀ ਮਾਸਟਰ ਕਾਰਡ ਐਗਜ਼ਾਮ ਦੇ ਲਈ, ਕਿਉਂਕਿ ਆਉਣ ਵਾਲੇ ਐਗਜ਼ਾਮ ਦੇ ਵਿੱਚ ਇਹ ਜੋ ਹੈ ਇੱਕ ਸਿਲੇਬਸ ਦਾ ਵੀ ਪਾਰਟ ਹੈ ਤੇ ਬਹੁਤ ਹੀ ਇੰਪੋਰਟੈਂਟ ਫੈਕਟ ਜੋ ਹਨ ਇਸ ਦੇ ਵਿੱਚੋਂ ਜੋ ਹਨ ਇੱਕ ਕੁਐਸਚਨ ਦੇ ਜੋ ਹਨ ਇੱਕ ਨੌਲੇਜੇਬਲ ਫੈਕਟ ਜੋ ਹਨ ਇਸ ਦੇ ਵਿੱਚੋਂ ਪੁੱਛੇ ਜਾਂਦੇ ਹਨ। ਸੋ ਫਰੈਂਡਸ ਬਹੁਤ ਹੀ ਹੈਲਪਫੁਲ ਵੀਡੀਓ ਹੋਏਗੀ। ਜੇਕਰ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਹੋਰ ਨੌਲੇਜੇਬਲ ਵੀਡੀਓਜ਼ ਦੇ ਲਈ ਤੁਸੀਂ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਹੈ ਤਾਂ ਜੋ ਤੁਸੀਂ ਲੇਟੈਸਟ ਜੋ ਨੋਟੀਫਿਕੇਸ਼ਨ ਹੋਏਗੀ ਵੀਡੀਓ ਦੀ ਉਹ ਜੋ ਹੈ ਸਭ ਤੋਂ ਪਹਿਲਾਂ ਲੈ ਸਕੋ। ਸੋ ਸਟਾਰਟ ਕਰਦੇ ਹਾਂ ਫਰੈਂਡਸ। ਅੱਜ ਜੋ ਅਨੁਸੂਚੀਆਂ ਦੀ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਦੇ ਵਿੱਚ ਜੋ ਸ਼ਾਮਲ ਅਨੁਸੂਚੀਆਂ ਹਨ। ਫਰੈਂਡਸ ਸਭ ਤੋਂ ਪਹਿਲਾਂ ਤਾਂ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਕਿ ਅਨੁਸੂਚੀਆਂ ਕੀ ਹਨ ਤੇ ਭਾਰਤੀ ਸੰਵਿਧਾਨ ਦੇ ਵਿੱਚ ਹੁਣ ਕਿੰਨੀਆਂ ਹਨ ਤੇ ਪਹਿਲੇ ਸਮੇਂ ਵਿੱਚ ਕਿੰਨੀਆਂ ਸੀ। ਜੇਕਰ ਅਸੀਂ ਜਦੋਂ ਸਾਡਾ ਸੰਵਿਧਾਨ ਅਪਣਾਇਆ ਗਿਆ ਹੈ 26 ਨਵੰਬਰ ਨੂੰ ਜਦੋਂ ਸੰਵਿਧਾਨ ਨੂੰ ਅਪਣਾਇਆ ਗਿਆ ਹੈ ਤਾਂ ਇਸ ਦੇ ਵਿੱਚ ਉਸ ਸਮੇਂ ਜੋ ਸਨ ਅਨੁਸੂਚੀਆਂ ਦੀ ਜੋ ਗਿਣਤੀ ਸੀ ਉਹ ਸੀ 8 ਅਨੁਸੂਚੀਆਂ ਸੀ ਜਦੋਂ ਸੰਵਿਧਾਨ ਜੋ ਹੈ ਸਾਡਾ ਬਣਾਇਆ ਗਿਆ ਸੀ। ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਪੁੱਛ ਲਿਆ ਜਾਂਦਾ ਹੈ। ਪਰ ਹੁਣ ਜੋ ਹੈ ਇਸ ਦੇ ਵਿੱਚ 4 ਐਡ ਜੋ ਸਮੇਂ ਦੇ ਨਾਲ ਹੋਈਆਂ ਤੇ ਇਸ ਦੇ ਵਿੱਚ ਜੋ ਟੋਟਲ ਗਿਣਤੀ ਇਸ ਦੀ ਹੋ ਗਈ ਹੈ ਉਹ ਹੈ 12। ਜੇਕਰ ਪੁੱਛ ਲਿਆ ਜਾਵੇ ਭਾਰਤੀ ਸੰਵਿਧਾਨ ਵਿੱਚ ਅਨੁਸੂਚੀਆਂ ਦੀ ਗਿਣਤੀ ਤਾਂ ਹੁਣ ਇਸ ਸਮੇਂ ਜੋ 12 ਅਨੁਸੂਚੀਆਂ ਜੋ ਹਨ, ਠੀਕ ਹੈ। ਤੇ ਫਰੈਂਡਸ ਇਹ ਅਨੁਸੂਚੀਆਂ ਦੀ ਲੋੜ ਕਿਉਂ ਪਈ, ਇਸ ਦੇ ਨਾਲ ਰਿਲੇਟਡ ਬਹੁਤ ਹੀ ਮਾਈਂਡ ਦੇ ਵਿੱਚ ਜੋ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਕਿ ਅਸੀਂ ਜੋ ਹੈ ਸੰਵਿਧਾਨ ਦੇ ਭਾਗ ਵੀ ਕੀਤੇ ਹਨ ਤੇ ਅਨੁਸੂਚੀਆਂ ਜੋ ਹਨ 22 ਭਾਗ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਸੰਵਿਧਾਨ ਦੇ ਹਨ। ਸੋ ਫਰੈਂਡਸ ਇਹ ਇੱਕ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ। ਜਿਵੇਂ ਸਾਡਾ ਸੰਵਿਧਾਨ ਜਿਵੇਂ ਤੁਸੀਂ ਜਾਣਦੇ ਹੋ ਦੋ ਚੀਜ਼ਾਂ ਇਸ ਵਿੱਚ ਹਨ ਕਿ ਸਾਡਾ ਜੋ ਭਾਰਤ ਦਾ ਸੰਵਿਧਾਨ ਹੈ ਉਹ ਸਭ ਤੋਂ ਵੱਡਾ ਸੰਵਿਧਾਨ ਹੈ ਤੇ ਰਿਟਨ ਕੌਨਸਟੀਟਿਊਸ਼ਨ ਹੈ, ਸਭ ਤੋਂ ਵੱਡਾ ਸੰਵਿਧਾਨ ਹੈ ਤੇ ਲਿਖਤੀ ਸੰਵਿਧਾਨ ਜੋ ਸਾਡੇ ਭਾਰਤ ਦਾ ਹੈ, ਠੀਕ ਹੈ, ਇੰਡੀਅਨ ਕੌਨਸਟੀਟਿਊਸ਼ਨ। ਸੋ ਫਰੈਂਡਸ ਇਸ ਦੇ ਲਈ ਜੋ ਕੀ ਹੈ ਜਿਵੇਂ ਇੱਕ ਬੁੱਕ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ, ਐਗਜ਼ਾਮਪਲ ਲੈ ਸਕਦੇ ਹੋ, ਬੁੱਕ ਦੇ ਵਿੱਚ ਕਿੰਨੇ ਚੈਪਟਰ ਜੋ ਹਨ ਉਹ ਐਡ ਹੁੰਦੇ ਹਨ। ਇਸੇ ਤਰ੍ਹਾਂ ਸਾਡੇ ਸੰਵਿਧਾਨ ਦੇ ਵਿੱਚ ਕਿੰਨੇ ਜੋ ਹਨ ਉਹ ਆਰਟੀਕਲ ਐਡ ਕੀਤੇ ਗਏ ਹਨ, ਕਿੰਨੀਆਂ ਚੀਜ਼ਾਂ ਜੋ ਹਨ ਉਹ ਐਡ ਕੀਤੀਆਂ ਗਈਆਂ ਹਨ। ਸੋ ਹਰੇਕ ਬੁੱਕ ਦਾ ਤੁਸੀਂ ਦੇਖਿਆ ਹੋਏਗਾ ਉਸ ਦਾ ਇੱਕ ਇੰਡੈਕਸ ਜ਼ਰੂਰ ਹੁੰਦਾ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਪਹਿਲੇ ਦੇ ਵਿੱਚ ਇਹ ਚੀਜ਼ਾਂ ਕਵਰ ਹੋਣਗੀਆਂ, ਦੂਸਰੇ ਦੇ ਵਿੱਚ ਇਹ ਚੀਜ਼ਾਂ, ਤੀਸਰੇ ਚੈਪਟਰ ਦੇ ਵਿੱਚ ਇਹ ਚੀਜ਼ਾਂ। ਇੱਕ ਇੰਡੈਕਸ ਬਣਾ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਸਾਨੂੰ ਜੋ ਹੈ ਚੀਜ਼ਾਂ ਲੱਭਣ ਦੇ ਵਿੱਚ, ਚੀਜ਼ਾਂ ਨੂੰ ਜੋ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ। ਸੋ ਇਹ ਜੋ ਅਨੁਸੂਚੀਆਂ ਸਾਨੂੰ ਇੱਕ ਇੰਡੈਕਸ ਦਾ ਕੰਮ ਕਰਦੀਆਂ ਆ, ਬਹੁਤ ਹੀ ਜ਼ਿਆਦਾ ਜੋ ਹੈ ਇੱਕ ਇੰਪੋਰਟੈਂਟ ਵੇ ਦੇ ਨਾਲ ਇਸ ਦੇ ਵਿੱਚੋਂ ਪੁੱਛ ਲਿਆ ਜਾਂਦਾ ਹੈ ਪੇਪਰ ਦੇ ਵਿੱਚ ਕੁਐਸਚਨ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਜੋ ਹੈ ਜ਼ਿਕਰ ਇਸ ਚੀਜ਼ ਦਾ, ਰਾਜਾਂ ਦਾ ਜਾਂ ਇਸ ਦੇ ਕੰਮ ਨਾਲ ਰਿਲੇਟਡ ਕੋਈ ਵੀ ਇਹ ਕਿਸ ਅਨੁਸੂਚੀ ਦੇ ਵਿੱਚ ਕੀਤਾ ਗਿਆ ਹੈ। ਸੋ ਸਾਰੇ ਹੀ ਫੈਕਟ ਜੋ ਹਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੇ ਦੇ ਨਾਲ ਅਸੀਂ ਕਰਨੇ ਹਨ। ਬਹੁਤ ਹੀ ਜ਼ਿਆਦਾ ਜੋ ਇੰਪੋਰਟੈਂਟ ਜੋ ਆਰਟੀਕਲਸ ਜਿਹੜੇ ਚੀਜ਼ਾਂ ਜੋ ਅਨੁਸੂਚੀਆਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਸਾਰੀਆਂ ਹੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੇਕਰ ਅਸੀਂ ਇੱਕ ਈਜ਼ੀ ਟ੍ਰਿਕ ਦੀ ਗੱਲ ਕਰੀਏ ਜਿਸ ਦੇ ਰਾਹੀਂ ਜੋ ਹੈ ਅਸੀਂ ਇਸ ਨੂੰ ਯਾਦ ਰੱਖ ਸਕਦੇ ਹਾਂ, ਅਸੀਂ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਇੱਕ ਮਾਈਂਡ ਮੈਪ ਬਣਾ ਸਕਦੇ ਹਾਂ ਜਿਸ ਦੇ ਨਾਲ ਅਸੀਂ ਇਹਨਾਂ ਅਨੁਸੂਚੀਆਂ ਨੂੰ ਯਾਦ ਰੱਖਣਾ ਹੈ। ਸੋ ਉਹ ਟ੍ਰਿਕ ਕੀ ਹੋਏਗੀ ਉਹ ਤੁਸੀਂ ਸਭ ਤੋਂ ਪਹਿਲਾਂ ਜੋ ਹੈ ਉਹ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਅਨੁਸੂਚੀਆਂ ਕਰਦੇ ਜਾਵਾਂਗੇ ਉਹ ਤੁਹਾਨੂੰ ਯਾਦ ਹੁੰਦੀ ਰਹੇਗੀ। ਸਭ ਤੋਂ ਪਹਿਲਾਂ ਅਸੀਂ ਯਾਦ ਰੱਖਣਾ ਹੈ ਐਸ 2 ਵਾਰੀ ਇਸ ਨੂੰ ਦੇਖਣਾ ਹੈ। ਐਸ ਡਿਜਿਟ ਤੋਂ ਕਿਹੜੀ ਜੋ ਅਨੁਸੂਚੀ ਉਹ ਸਟਾਰਟ ਹੁੰਦੀ ਹੈ ORSC। ਤੁਸੀਂ ਇਹ ਜੋ ਹੈ ਯਾਦ ਰੱਖਣੀ ਹੈ ਟ੍ਰਿਕ SSORSC। ਇਸ ਦੇ ਨਾਲ ਤੁਸੀਂ ਦੇਖੋਗੇ ਕਿਵੇਂ ਅਨੁਸੂਚੀਆਂ ਦੇ ਜੋ ਇੱਕ ਮਾਈਂਡ ਮੈਪ ਤੁਹਾਡੇ ਮਾਈਂਡ ਵਿੱਚ ਬਣਦਾ ਹੈ। ਤੁਹਾਨੂੰ ਕਦੇ ਵੀ ਜੋ ਹੈ ਇਸ ਦੇ ਵਿੱਚੋਂ ਕੁਐਸਚਨ ਪੁੱਟ ਹੋਏਗਾ ਤੇ ਤੁਹਾਨੂੰ ਕਦੇ ਵੀ ਜੋ ਹੈ ਇਸ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਨਹੀਂ ਹੋਏਗੀ। ਸੋ ਸਭ ਤੋਂ ਪਹਿਲਾਂ ਅਸੀਂ ਐਸ ਡਿਜਿਟ ਲੈਂਦੇ ਹਾਂ। ਐਸ ਤੋਂ ਜੋ ਹੈ ਸਾਡੇ ਭਾਰਤੀ ਸੰਵਿਧਾਨ ਦੀ ਪਹਿਲੀ ਅਨੁਸੂਚੀ ਜੋ ਬਣੀ ਹੈ ਉਸ ਦੇ ਵਿੱਚ ਕੀ ਸ਼ਾਮਿਲ ਕੀਤਾ ਗਿਆ ਹੈ ਤਾਂ ਉਸ ਦੇ ਵਿੱਚ ਤੁਸੀਂ ਐਸ ਤੋਂ ਯਾਦ ਰੱਖਣਾ ਹੈ ਲਿਸਟ ਦਾ ਸਟੇਟਸ। ਜੋ ਸਟੇਟ ਦੀ ਇੱਕ ਲਿਸਟ ਹੈ, ਇੱਕ ਟੈਰੀਟਰੀਜ਼ ਦੀ, ਇਸ ਨੂੰ ਅਸੀਂ ਪੰਜਾਬੀ ਵਿੱਚ ਵੀ ਦੇਖਦੇ ਹਾਂ ਇੱਕ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਜੋ ਹਨ, ਸੰਘ ਰਾਜਾਂ ਦਾ ਜੋ ਜ਼ਿਕਰ ਹੈ ਸਾਡੀ ਭਾਰਤੀ ਸੰਵਿਧਾਨ ਦੀ ਜੋ ਪਹਿਲੀ ਅਨੁਸੂਚੀ ਦੇ ਵਿੱਚ ਜੋ ਹੈ ਉਹ ਕੀਤਾ ਗਿਆ ਹੈ। ਸੋ ਫਰੈਂਡਸ ਬਹੁਤ ਹੀ ਇੰਪੋਰਟੈਂਟ ਜੋ ਫੈਕਟ ਹੈ ਸਾਡੇ ਸੰਵਿਧਾਨ ਦੇ ਵਿੱਚ ਸੰਘ ਰਾਜਾਂ ਦਾ ਜੋ ਜ਼ਿਕਰ ਹੈ, ਸਟੇਟਸ ਦਾ ਤੁਸੀਂ ਇਸ ਤੋਂ ਯਾਦ ਰੱਖ ਸਕਦੇ ਹੋ। ਸਟੇਟਸ ਟੈਰੀਟਰੀਜ਼ ਜੋ ਵੀ ਹਨ ਉਹ ਸਾਡੇ ਸੰਵਿਧਾਨ ਦੀ ਪਹਿਲੀ ਅਨੁਸੂਚੀ ਦੇ ਵਿੱਚ ਆਉਂਦੀਆਂ ਹਨ। ਸੋ ਜੇਕਰ ਅਸੀਂ ਸੰਘ ਰਾਜਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਾਨੂੰ ਜੋ ਹੈ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਵੀ ਜਾਣਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ
ਕਿ ਸਾਡੇ ਸੰਵਿਧਾਨ ਦੇ ਵਿੱਚ ਜੋ ਹੈ ਕਿੰਨੀਆਂ ਕੀ ਜੋ ਹਨ ਸਟੇਟਸ ਜੋ ਹਨ ਸਾਡੇ ਮੌਜੂਦਾ ਕਿੰਨੀਆਂ ਹਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੋ ਹਨ ਉਹ ਕਿੰਨੇ ਹਨ। ਸੋ ਫਰੈਂਡਸ, ਜੇਕਰ ਅਸੀਂ ਗੱਲ ਕਰੀਏ ਤਾਂ ਵਰਤਮਾਨ ਸਮੇਂ ਦੇ ਵਿੱਚ ਜੋ ਅੱਜ ਦੀ ਗੱਲ ਕਰਦੇ ਹਾਂ ਤਾਂ ਸਾਡੇ ਸੰਵਿਧਾਨ ਦੇ ਵਿੱਚ ਜੋ ਗੱਲ ਕੀਤੀ ਗਈ ਹੈ ਰਾਜਾਂ ਦੀ, ਤਾਂ ਉਹ ਰਾਜ ਹਨ 28। ਇਹਨਾਂ ਦੀ ਗਿਣਤੀ ਜੋ ਹੈ 28 ਹੈ। 28 ਸਟੇਟਸ ਹਨ 28, ਅਤੇ ਇਸ ਦੇ ਨਾਲ ਹੀ ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਉਹਨਾਂ ਦੀ ਗਿਣਤੀ ਹੈ 9। ਤੁਸੀਂ ਯਾਦ ਰੱਖਣਾ ਹੈ, ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ। 28 ਸਟੇਟਸ ਹਨ ਅਤੇ 9 ਜੋ ਕੀ ਹਨ ਕੇਂਦਰ ਸ਼ਾਸਿਤ ਸਟੇਟਸ ਦੀ ਜੋ ਲਿਸਟ ਹੈ, ਟੈਰੀਟਰੀ, ਸੰਘ ਰਾਜ ਜੋ ਕੇਂਦਰ ਪ੍ਰਸ਼ਾਸਿਤ ਦੇਸ਼ ਹਨ ਉਹਨਾਂ ਦਾ ਜੋ ਜ਼ਿਕਰ ਕੀਤਾ ਗਿਆ ਹੈ ਉਹ ਸਾਡੀ ਜੋ ਹੈ ਪਹਿਲੀ ਅਨੁਸੂਚੀ ਦੇ ਵਿੱਚ ਕੀਤਾ ਗਿਆ ਹੈ। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਹੁਣ ਤੁਸੀਂ ਦੂਸਰੀ ਅਨੁਸੂਚੀ ਦੀ ਗੱਲ ਕਰੋ ਤਾਂ ਐਸ ਅਸੀਂ ਕੀਤਾ ਸੀ। ਦੂਸਰੀ ਐਸ ਤੋਂ ਅਸੀਂ ਕੀ ਜੋ ਹੈ ਮਾਈਂਡ ਦੇ ਵਿੱਚ ਰੱਖਣਾ ਹੈ, ਜੋ ਵੀ ਸਾਡੇ ਹੋਣਗੇ ਜੋ ਲਿਸਟ ਆਫ ਸੈਲਰੀਜ਼ ਦੀ ਗੱਲ ਕੀਤੀ ਹੈ, ਵੇਤਨ ਦੀ ਗੱਲ ਕੀਤੀ ਗਈ ਹੈ। ਇਸ ਦੇ ਵਿੱਚ ਉਹ ਵੇਤਨ ਕਿਹਨਾਂ ਦਾ ਹੋਏਗਾ ਤੁਸੀਂ ਦੇਖ ਸਕਦੇ ਹੋ। ਇਸ ਦੇ ਵਿੱਚ ਸਾਰੇ ਹੀ ਜੋ ਹਨ ਉਹ ਸ਼ਾਮਿਲ ਹੋ ਜਾਣਗੇ। ਰਾਸ਼ਟਰਪਤੀ ਹੋਵੇ, ਉਪ ਰਾਸ਼ਟਰਪਤੀ ਹੋਵੇ, ਰਾਜਪਾਲ, ਲੋਕ ਸਭਾ ਦੇ ਅਧਿਅਕਸ਼, ਉਪ ਅਧਿਅਕਸ਼, ਰਾਜ ਸਭਾ ਦੇ ਸਭਾਪਤੀ, ਵਿਧਾਨ ਸਭਾ ਦੇ ਸਾਰੇ ਹੀ ਜੋ ਮੈਂਬਰ ਹਨ, ਜੋ ਪੋਲੀਟੀਸ਼ੀਅਨਸ ਹਨ, ਜੋ ਕਿ ਪੋਸਟ 'ਤੇ ਜੋ ਹਨ ਉੱਚੀਆਂ 'ਤੇ ਹਨ, ਇਹ ਸਾਰੇ ਹੀ ਜੋ ਹਨ ਇਹਨਾਂ ਅਧਿਕਾਰੀਆਂ ਦੀ ਸੈਲਰੀ ਨਾਲ ਰਿਲੇਟਡ ਜੋ ਜ਼ਿਕਰ ਕੀਤਾ ਗਿਆ ਹੈ ਉਹ ਸਾਡੀ ਭਾਰਤੀ ਸੰਵਿਧਾਨ ਦੀ ਸੂਚੀ 2 ਦੇ ਵਿੱਚ ਕੀਤਾ ਗਿਆ ਹੈ। ਸੋ ਤੁਸੀਂ ਪਹਿਲੀ ਇਸ ਤੋਂ ਯਾਦ ਰੱਖਣਾ ਹੈ ਸੰਘ ਰਾਜਾਂ ਦਾ ਜ਼ਿਕਰ ਕੀਤਾ ਗਿਆ ਹੈ, ਲਿਸਟ ਆਫ ਸਟੇਟਸ ਟੈਰੀਟਰੀਜ਼ ਦਾ। ਦੂਸਰੀ ਇਸ ਤੋਂ ਤੁਸੀਂ ਇਹਨਾਂ ਦੀ ਸੈਲਰੀ ਦਾ ਜੋ ਹੈ ਯਾਦ ਰੱਖਣਾ ਹੈ। ਇਸ ਤੋਂ ਜੋ ਹੈ ਪਹਿਲੇ ਤੋਂ ਸਟੇਟਸ ਅਤੇ ਸੈਕਿੰਡ ਇਸ ਤੋਂ ਜੋ ਹੈ ਤੁਸੀਂ ਟ੍ਰਿਕ ਤੋਂ ਯਾਦ ਰੱਖ ਸਕਦੇ ਹੋ ਕਿ ਸੈਲਰੀਜ਼ ਦਾ ਜੋ ਹੈ ਉਹ ਜ਼ਿਕਰ ਸੰਵਿਧਾਨ ਦੀ ਜੋ ਹੈ ਦੂਸਰੀ ਅਨੁਸੂਚੀ ਦੇ ਵਿੱਚ ਕੀਤਾ ਗਿਆ ਹੈ। ਸੋ ਫਰੈਂਡਸ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਜੋ ਸਾਡਾ ਜੋ ਅਗਲਾ ਡਿਜਿਟ ਸੀ ਸਾਡੀ ਟ੍ਰਿਕ ਦਾ, ਉਹ ਤੁਸੀਂ ਦੇਖ ਸਕਦੇ ਹੋ ਐਸ ਅਸੀਂ 2 ਕਵਰ ਕਰ ਚੁੱਕੇ ਹਾਂ ਅਨੁਸੂਚੀਆਂ। ਉਸ ਤੋਂ ਬਾਅਦ ਆਉਂਦਾ ਹੈ ਓ ਅਤੇ ਆਰ। ਹੁਣ ਓ ਤੋਂ ਤੁਸੀਂ ਸੋਚਦੇ ਹੋਗੇ ਓ ਤੋਂ ਕੀ ਚੀਜ਼ ਸ਼ੁਰੂ ਹੁੰਦੀ ਹੈ, ਤਾਂ ਓ ਤੋਂ ਅਸੀਂ ਦੇਖ ਸਕਦੇ ਹਾਂ ਓਥ। ਇਸ ਨੂੰ ਤੁਸੀਂ ਓ ਤੋਂ ਯਾਦ ਰੱਖਣਾ ਹੈ। ਇਹ ਕੀ ਹੁੰਦੀ ਹੈ, ਇਸ ਦਾ ਅਰਥ ਕੀ ਹੁੰਦਾ ਹੈ, ਇਸ ਨੂੰ ਅਸੀਂ ਪੰਜਾਬੀ ਵਿੱਚ ਵੀ ਦੇਖ ਸਕਦੇ ਹਾਂ। ਇੱਕ ਸਹੁੰ ਚੁੱਕਣੀ ਜਿਵੇਂ ਹੁੰਦੀ ਹੈ, ਜਦੋਂ ਵੀ ਕੋਈ ਜੋ ਪੋਲੀਟੀਸ਼ੀਅਨ ਹੈ ਉਹ ਆਪਣੀ ਪਦਵੀ ਗ੍ਰਹਿਣ ਕਰਦਾ ਹੈ, ਆਪਣਾ ਅਹੁਦਾ ਗ੍ਰਹਿਣ ਕਰਦਾ ਹੈ, ਤਾਂ ਉਸ ਨੂੰ ਆਪਣੇ ਕਰਤੱਵਾਂ ਸੰਬੰਧੀ, ਆਪਣੇ ਫਰਜ਼ ਜੋ ਹਨ ਉਹ ਪੂਰੇ ਕਰਨ ਸੰਬੰਧੀ ਇੱਕ ਸਹੁੰ ਚੁੱਕ ਜੋ ਹੈ ਸਮਾਗਮ ਰੱਖਿਆ ਜਾਂਦਾ ਹੈ, ਸਹੁੰ ਚੁਕਾਈ ਜਾਂਦੀ ਹੈ, ਤਾਂ ਕਿ ਜੋ ਹੈ ਆਪਣੇ ਕਰਤੱਵਾਂ ਨੂੰ ਜੋ ਹੈ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਸਕੇ। ਹੁਣ ਤੁਸੀਂ ਦੇਖ ਸਕਦੇ ਹੋ, ਜੇਕਰ ਯਾਦ ਰੱਖ ਸਕਦੇ ਹੋ, ਸਭ ਤੋਂ ਪਹਿਲਾਂ ਸੰਘ ਰਾਜਾਂ ਦਾ ਜ਼ਿਕਰ ਆਇਆ ਪਹਿਲੀ ਅਨੁਸੂਚੀ ਦੇ ਵਿੱਚ, ਫਿਰ ਉਹਨਾਂ ਦੀ ਸੈਲਰੀ ਆਈ ਕਿਉਂਕਿ ਬਿਨਾਂ ਸੈਲਰੀ ਤੋਂ ਤਾਂ ਉਹ ਕੰਮ ਕਰਨਗੇ ਨਹੀਂ। ਸੋ ਸੈਲਰੀ ਦਾ ਜ਼ਿਕਰ ਆਇਆ ਦੂਸਰੀ ਅਨੁਸੂਚੀ ਦੇ ਵਿੱਚ। ਹੁਣ ਜੇਕਰ ਉਹ ਸੈਲਰੀ ਲੈਣਗੇ ਤਾਂ ਉਹਨਾਂ ਨੂੰ ਜੋ ਹੈ ਆਪਣੇ ਕਰਤੱਵਾਂ ਦਾ ਪਾਲਣ ਵੀ ਕਰਨਾ ਪਵੇਗਾ। ਉਹਨਾਂ ਕਰਤੱਵਾਂ ਨੂੰ ਪਾਲਣਾ ਕਰਨ ਦੇ ਲਈ ਉਹਨਾਂ ਨੂੰ ਜੋ ਹੈ ਇੱਕ ਜੋ ਹੈ ਸਹੁੰ ਚੁੱਕਣੀ ਪਏਗੀ ਕਿ ਅਸੀਂ ਜੋ ਹੈ ਆਪਣੇ ਸਾਰੇ ਹੀ ਜੋ ਫਰਜ਼ ਹਨ, ਕਰਤੱਵ ਹਨ, ਉਹ ਯੋਗਤਾ ਦੇ ਨਾਲ ਆਪਣੇ ਨਿਭਾਵਾਂਗੇ। ਸੋ ਤੁਸੀਂ ਇਸ ਤਰ੍ਹਾਂ ਵੀ ਜੋ ਹੈ ਮਾਈਂਡ ਦੇ ਵਿੱਚ ਇੱਕ ਕੰਸੈਪਟ ਕ੍ਰੀਏਟ ਕਰਦੇ ਜਾ ਸਕਦੇ ਹੋ। ਸਾਡੀ ਜੋ ਤੀਸਰੀ ਜੋ ਅਨੁਸੂਚੀ ਹੈ ਸੰਵਿਧਾਨ ਦੇ ਵਿੱਚ, ਉਸ ਦੇ ਵਿੱਚ ਓ ਤੋਂ ਕੀ ਹੈ, ਓਥ, ਫਾਰਮਸ ਆਫ ਓਥ, ਅਫਰਮੇਸ਼ਨ ਆਫ ਆਫਿਸਿਸ ਐਂਡ ਜੋ ਹੈ ਤੁਸੀਂ ਯਾਦ ਰੱਖਣਾ ਹੈ ਇਲੈਕਟਿਡ ਓਫੀਸ਼ੀਅਲ ਇਨਕਲੂਡਿੰਗ ਜੱਜਿਸ। ਜਿਹੜੇ ਵੀ ਇਲੈਕਟਿਡ ਜੋ ਚੁਣੇ ਗਏ ਜੋ ਵੀ ਜੱਜ ਹੁੰਦੇ ਹਨ, ਓਫੀਸ਼ੀਅਲ ਪੋਲੀਟੀਸ਼ੀਅਨ ਹੁੰਦੇ ਹਨ, ਉਹਨਾਂ ਸਾਰਿਆਂ ਨੂੰ ਜੋ ਹੈ ਇੱਕ ਜੋ ਹੈ ਸਹੁੰ ਚੁੱਕ ਜੋ ਸ਼ਾਮਿਲ ਕੀਤੀ ਗਈ ਹੈ। ਉਹਨਾਂ ਦੀ ਜੋ ਇੱਕ ਰਸਮ ਹੈ ਇਹ ਜੋ ਹੈ ਤੀਸਰੀ ਅਨੁਸੂਚੀ ਦੇ ਵਿੱਚ ਸ਼ਾਮਿਲ ਹੈ। ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਜੋ 4th ਅਨੁਸੂਚੀ ਆਉਂਦੀ ਹੈ ਸਾਡੀ ਚੌਥੀ ਅਨੁਸੂਚੀ ਭਾਰਤੀ ਸੰਵਿਧਾਨ ਦੀ, ਉਸ ਦੇ ਵਿੱਚ ਕੀ ਹੈ, ਜਿਵੇਂ ਅਸੀਂ ਨਾਲ ਯਾਦ ਰੱਖਣਾ ਹੈ ਐਸ ਓ ਅਤੇ ਆਰ। ਹੁਣ ਆਰ ਤੋਂ ਆਪਾਂ ਕੀ ਰੱਖਣਾ ਹੈ, ਰਾਜ ਸਭਾ। ਰਾਜ ਸਭਾ ਹੀ ਯਾਦ ਰੱਖਣਾ ਹੈ ਕਿਉਂਕਿ ਇਸ ਤੋਂ ਸਾਡਾ ਜੋ ਅਨੁਸੂਚੀ ਹੈ ਇਸ ਦੇ ਨਾਲ ਅਸੀਂ ਮਾਈਂਡ ਦੇ ਵਿੱਚ ਰੱਖ ਸਕਦੇ ਹਾਂ ਕਿ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ, ਜੋ ਕਿ ਰਾਜ ਸਭਾ ਦੇ ਵਿੱਚ ਸੀਟਾਂ ਨਾਲ ਸੰਬੰਧਿਤ ਜੋ ਪ੍ਰਾਵਧਾਨ ਕੀਤਾ ਗਿਆ ਹੈ, ਜੋ ਜਗ੍ਹਾ ਦਿੱਤੀ ਗਈ ਹੈ ਸੀਟਾਂ ਦੀ, ਰਾਜ ਸਭਾ ਦੀ ਗੱਲ ਕੀਤੀ ਗਈ ਹੈ, ਉਹ ਸੰਵਿਧਾਨ ਦੀ ਜੋ ਅਨੁਸੂਚੀ ਹੈ ਉਹ 4th ਦੇ ਵਿੱਚ ਕੀਤੀ ਗਈ ਹੈ, ਚੌਥੀ ਅਨੁਸੂਚੀ ਦੇ ਵਿੱਚ। ਸੋ ਤੁਸੀਂ ਇਸ ਨੂੰ ਵੀ ਜੋ ਹੈ ਉਹ ਯਾਦ ਰੱਖਣਾ ਹੈ। ਅਤੇ ਫਰੈਂਡਸ, ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸਣਾ ਹੈ ਕਿ ਰਾਜ ਸਭਾ ਦੇ ਕਿੰਨੇ ਮੈਂਬਰ ਜੋ ਹਨ, ਮੈਕਸੀਮਮ ਜੋ ਹਨ ਉਸ ਦੇ ਵਿੱਚ ਹੁੰਦੇ ਹਨ, ਅਤੇ ਮਿਨੀਮਮ ਅੱਜ ਵਰਤਮਾਨ ਜੋ ਰਾਜ ਸਭਾ ਦੇ ਮੈਂਬਰ ਕਿੰਨੇ ਹਨ। ਸੋ ਤੁਸੀਂ ਕਮੈਂਟ ਬਾਕਸ ਵਿੱਚ, ਜੇਕਰ ਤੁਹਾਨੂੰ ਇਸ ਕੁਐਸਚਨ ਦਾ ਆਨਸਰ ਪਤਾ ਹੋਏਗਾ, ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ। ਸੋ ਫਰੈਂਡਸ, ਅਸੀਂ ਕਰਦੇ ਹਾਂ ਜੋ 5th ਹੁਣ ਜੋ ਸਕੈਡਿਊਲ ਹੈ, 5th ਜੋ ਅਨੁਸੂਚੀ ਦੇ ਵਿੱਚ, 5ਵੀਂ ਅਨੁਸੂਚੀ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਕੀ ਸ਼ਾਮਿਲ ਕੀਤਾ ਗਿਆ ਹੈ।
ਸੋ ਫਰੈਂਡਸ ਜੋ ਟ੍ਰਿਕ ਸੀ ਉਹ ਸੀ SSOR ਤੇ SC। ਹੁਣ SC ਤੋਂ ਸਾਡਾ ਕੀ ਬਣਦਾ ਹੈ, ਅਸੀਂ ਦੇਖ ਸਕਦੇ ਹਾਂ ਪੰਜਵੀਂ ਜੋ ਅਨੁਸੂਚੀ ਆ ਉਸ ਦੇ ਵਿੱਚ ਕੀ ਸ਼ਾਮਿਲ ਕੀਤਾ ਗਿਆ ਹੈ, ਇੱਕ ਸਕੇਡਿਊਲ ਜੋ ਏਰੀਆਜ਼ ਹੁੰਦੇ ਹਨ, ਟਰਾਈਬਲ ਏਰੀਆਜ਼, ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਗੱਲ ਕੀਤੀ ਗਈ ਹੈ SC ST। ਹੁਣ ਤੁਸੀਂ ਇਸ ਤੋਂ ਜੋ ਹੈ ਯਾਦ ਰੱਖਣਾ ਹੈ ਕਿ SC ਜੋ ਹੈ ਵਰਡ ਜੋ ਡਿਜਿਟ ਮਾਈਂਡ ਵਿੱਚ ਰੱਖਣਾ ਹੈ, ਉਸ ਤੋਂ ਸਾਡੀ ਜੋ ਹੈ ਅਨੁਸੂਚੀ ਯਾਦ ਸਾਨੂੰ ਰਹਿੰਦੀ ਹੈ ਕਿ ਇਸ ਦੇ ਵਿੱਚ SC ST ਦੀ ਜੋ ਜਨਜਾਤੀਆਂ ਦੇ ਸੀਟਾਂ ਨਾਲ ਸੰਬੰਧਿਤ ਗੱਲ ਕੀਤੀ ਗਈ ਹੈ। ਸੋ ਯਾਦ ਰੱਖਣਾ ਹੈ ਪੰਜਵੀਂ ਅਨੁਸੂਚੀ ਦੇ ਵਿੱਚ ਕੀ ਹੈ, SC ਤੋਂ ਅਸੀਂ ਯਾਦ ਰੱਖਣਾ ਹੈ ਅਨੁਸੂਚਿਤ ਜਾਤੀਆਂ ਜਨਜਾਤੀਆਂ SC ST ਦੇ ਲਈ ਕੀ ਹੈ, ਇੱਕ ਸੀਟਾਂ ਨਾਲ ਸੰਬੰਧਿਤ ਜੋ ਹੈ ਇਸ ਦੇ ਵਿੱਚ ਜੋ ਹੈ ਗੱਲ ਕੀਤੀ ਗਈ ਹੈ, ਪ੍ਰਾਵਧਾਨ ਦਿੱਤਾ ਗਿਆ ਹੈ। ਜੇਕਰ ਪੁੱਛ ਲਿਆ ਜਾਵੇ ਪੇਪਰ ਦੇ ਵਿੱਚ ਕਿ ਅਨੁਸੂਚਿਤ ਜਾਤੀਆਂ ਜਨਜਾਤੀਆਂ ਦੀ ਗੱਲ ਭਾਰਤੀ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਕੀਤੀ ਗਈ ਹੈ, ਤਾਂ ਉਸ ਦਾ ਆਨਸਰ ਹੋਏਗਾ ਭਾਰਤੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਦੇ ਵਿੱਚ। ਸੋ ਇਸ ਤਰ੍ਹਾਂ ਜੋ ਹੈ ਤੁਸੀਂ ਇਹ ਜੋ ਫੈਕਟ ਹਨ ਇਹ ਇੰਪੋਰਟੈਂਟ, ਇਸ ਨੂੰ ਯਾਦ ਰੱਖਣਾ ਹੈ, ਬਹੁਤ ਹੀ ਜ਼ਿਆਦਾ ਜੋ ਹੈ ਹੈਲਪਫੁਲ ਹੁੰਦੇ ਹਨ ਇਹ ਫੈਕਟ, ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਜੇਕਰ ਮਾਈਂਡ ਦੇ ਵਿੱਚ ਕੰਸੈਪਟ ਬਣਿਆ ਹੋਏਗਾ ਤੁਹਾਨੂੰ ਯਾਦ ਰੱਖਣ ਦੇ ਵਿੱਚ ਬਹੁਤ ਜ਼ਿਆਦਾ ਜੋ ਹੈ ਆਸਾਨੀ ਹੋਏਗੀ। ਸੋ ਫਰੈਂਡਸ ਇਸ ਦੇ ਨਾਲ ਹੀ ਜੋ ਹੈ ਤੁਸੀਂ ਇੱਕ ਜੋ ਆਪਾਂ ਡਿਜਿਟ ਕੀਤੇ ਸੀ ਜਿਸ ਦੇ ਨਾਲ ਅਸੀਂ 5 ਜੋ ਅਨੁਸੂਚੀਆਂ ਹਨ ਉਹ ਕਵਰ ਕਰ ਚੁੱਕੇ ਹਾਂ, SSOR S ਤੇ C। ਤੁਸੀਂ ਇਸ ਨੂੰ ਰਿਵਾਈਜ਼ ਕਰ ਸਕਦੇ ਹੋ। ਇਸ ਦੇ ਵਿੱਚ ਅਸੀਂ ਸਟੇਟ ਜੋ ਰਾਜਾਂ ਦੀ ਗੱਲ ਕੀਤੀ ਸੀ, ਕੇਂਦਰ ਸ਼ਾਸਿਤ ਜੋ ਪ੍ਰਸ਼ਾਸਿਤ ਪ੍ਰਦੇਸ਼ ਹਨ ਉਹਨਾਂ ਦੀ ਗੱਲ ਕੀਤੀ ਸੀ। S ਤੋਂ ਅਸੀਂ ਉਸ ਤੋਂ ਬਾਅਦ ਹੀ ਉਹਨਾਂ ਦੀ ਸੈਲਰੀ ਦੀ ਗੱਲ ਕੀਤੀ ਸੀ। O ਤੋਂ ਓਥ ਦੀ ਗੱਲ ਕੀਤੀ ਸੀ ਜੋ ਸਹੁੰ ਚੁੱਕਦੇ ਹਨ। R ਤੋਂ ਅਸੀਂ ਰਾਜ ਸਭਾ ਦੀ ਜੋ ਸੀਟਾਂ ਹਨ ਉਹਨਾਂ ਦੀ ਗੱਲ ਕੀਤੀ, ਤੇ ਪੰਜਵੀਂ ਦੇ ਵਿੱਚ ਇਸ ਦੇ ਨਾਲ ਹੀ ਅਸੀਂ SC ST ਜੋ ਇਹਨਾਂ ਦੇ ਲਈ ਜੋ ਸੀਟਾਂ ਦਾ ਪ੍ਰਾਵਧਾਨ ਹੈ ਇਸ ਦੀ ਗੱਲ ਕੀਤੀ। ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ 1 2 3 4 ਤੇ 5 ਅਸੀਂ 5 ਜੋ ਅਨੁਸੂਚੀਆਂ ਹਨ ਉਹ ਇਸ ਦੇ ਨਾਲ ਹੀ ਜੋ ਡਿਜਿਟ ਹਨ ਇਹਨਾਂ ਨੂੰ ਮਾਈਂਡ ਵਿੱਚ ਰੱਖ ਕੇ ਕਵਰ ਕਰ ਸਕਦੇ ਹਾਂ। ਬਹੁਤ ਹੀ ਜੋ ਹੈ ਈਜ਼ੀ ਵੇ ਦੇ ਨਾਲ ਸਾਡੇ ਮਾਈਂਡ ਦੇ ਵਿੱਚ ਇੱਕ ਮੈਪ ਬਣ ਜਾਂਦਾ ਹੈ ਕਿ ਇਸ ਡਿਜਿਟ ਤੋਂ ਜੋ ਹੈ ਇਹ ਅਨੁਸੂਚੀ ਜੋ ਹੈ ਇੰਨੇ ਭਾਗ ਦੇ ਵਿੱਚ ਸਟਾਰਟ ਹੁੰਦੀ ਹੈ। ਸੋ ਨੈਕਸਟ ਅਸੀਂ ਕਰਦੇ ਹਾਂ ਬਹੁਤ ਹੀ ਜੋ ਹੈ ਇੰਪੋਰਟੈਂਟ ਵੇ ਦੇ ਨਾਲ ਜੋ 6ਵੀਂ ਅਨੁਸੂਚੀ ਹੈ ਜਿਸ ਦੇ ਵਿੱਚ ਜੋ ਕੀ ਚੀਜ਼ ਸ਼ਾਮਿਲ ਕੀਤੀ ਗਈ ਹੈ, ਰਾਜ ਹਨ, ਕੁਛ ਪ੍ਰਦੇਸ਼ ਹਨ, ਮੇਘਾਲਿਆ, ਅਸਾਮ, ਤ੍ਰਿਪੁਰਾ, ਮਣੀਪੁਰ, ਅਰੁਣਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਦਾ ਵਰਣਨ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਜੋ 6ਵੀਂ ਅਨੁਸੂਚੀ ਹੈ ਇਸ ਦੇ ਵਿੱਚ ਕੀ ਕੀਤਾ ਗਿਆ ਹੈ, provisions as the administration of tribal areas in the state of Assam, Meghalaya, Tripura and Mizoram। ਇਸ ਦੇ ਵਿੱਚ ਜੋ ਹੈ ਇਸ ਨਾਲ ਰਿਲੇਟਡ ਜੋ ਹੈ ਉਹ ਗੱਲ ਕੀਤੀ ਗਈ ਹੈ। ਸੋ ਬਹੁਤ ਹੀ ਜੋ ਹੈ ਇੰਪੋਰਟੈਂਟ ਵੇ ਦੇ ਨਾਲ ਤੁਸੀਂ ਯਾਦ ਰੱਖਣਾ ਹੈ ਇਸ ਨੂੰ, ਬਹੁਤ ਹੀ ਜੋ ਇੰਪੋਰਟੈਂਟ ਵੇ ਨਾਲ ਪੁੱਛ ਲਿਆ ਜਾਂਦਾ ਹੈ। ਇਸ ਦੇ ਨਾਲ ਜੋ ਸਟੇਟ ਤੇ ਕਨਕਰੈਂਟ ਲਿਸਟ ਆਫ ਰਿਸਪੌਂਸਿਬਿਲਟੀ ਜੋ ਗੱਲ ਕੀਤੀ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ, ਉਹ ਕੀਤੀ ਗਈ ਹੈ 7th ਅਨੁਸੂਚੀ ਦੇ ਵਿੱਚ। ਫਰੈਂਡਸ ਜੇਕਰ ਅਸੀਂ 6th ਜੋ ਇੱਕ ਅਨੁਸੂਚੀ ਆਪਾਂ ਕੀਤੀ ਹੈ ਉਸ ਦੀ ਗੱਲ ਕਰੀਏ, ਉਸ ਨੂੰ ਇੱਕ ਯਾਦ ਰੱਖਣ ਦਾ ਬਹੁਤ ਹੀ ਜ਼ਿਆਦਾ ਜੋ ਇਹ ਪ੍ਰਦੇਸ਼ ਹਨ ਇਹਨਾਂ ਨੂੰ ਯਾਦ ਰੱਖਣ ਦਾ ਇੱਕ ਬਹੁਤ ਹੀ ਈਜ਼ੀ ਟ੍ਰਿਕ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਯਾਦ ਰੱਖ ਸਕਦੇ ਹੋ, ਇਸ ਨੂੰ ਯਾਦ ਰੱਖ ਸਕਦੇ ਹੋ ਡਿਜਿਟ ATM ਮਨੀ। ਤੁਸੀਂ ਜੋ ਹੈ ਇਸ ਨੂੰ ਜੋ ਹੈ ਯਾਦ ਰੱਖਣਾ ਹੈ ATM ਮਨੀ। ਇਸ ਦੇ ਨਾਲ ਤੁਹਾਨੂੰ ਕਿਵੇਂ ਯਾਦ ਹੋ ਜਾਏਗਾ, ਸਭ ਤੋਂ ਪਹਿਲਾਂ ਤੁਸੀਂ A ਤੋਂ ਜੋ ਹੈ ਉਹ ਯਾਦ ਰੱਖਦੇ ਹੋ ਅਸਾਮ, ਠੀਕ ਹੈ, ਇਸ ਤੋਂ ਅਸਾਮ ਦਾ ਨਾਮ ਤੁਹਾਡੇ ਮਾਈਂਡ ਦੇ ਵਿੱਚ ਬੈਠ ਜਾਏਗਾ। T ਤੋਂ ਤ੍ਰਿਪੁਰਾ, M ਤੋਂ ਮਣੀਪੁਰ, ਅਗਲੀ ਜੋ ਮਨੀ ਹੈ ਇਸ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਮੇਘਾਲਿਆ, ਤੇ A ਤੋਂ ਜੋ ਹੈ ਤੁਸੀਂ ਅਰੁਣਾਚਲ ਪ੍ਰਦੇਸ਼ ਜੋ ਹੈ ਇਹ ਚੀਜ਼ ਨਾਂ ਜੋ ਹੈ ਉਸ ਨੂੰ ਯਾਦ ਰੱਖ ਸਕਦੇ ਹੋ। ਸੋ ਫਰੈਂਡਸ ਇਹ ਜੋ ਹੈ ਇੱਕ ਟ੍ਰਿਕ ਤੁਸੀਂ ਜੋ ਹੈ ਇੱਕ ਮਾਈਂਡ ਦੇ ਵਿੱਚ ਇੱਕ ਡਿਜਿਟ ਦੇ ਰਾਹੀਂ ਜੋ ਹੈ ਪ੍ਰਦੇਸ਼ਾਂ ਨੂੰ ਯਾਦ ਰੱਖ ਸਕਦੇ ਹੋ ਜੋ ਕਿ ਕਿਸ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ, ਸਾਡੇ ਜੋ ਸੰਵਿਧਾਨ ਦੀ 6ਵੀਂ ਅਨੁਸੂਚੀ ਹੈ, 6th ਜੋ ਅਨੁਸੂਚੀ ਸ਼ੈਡਿਊਲ ਬਣਾਇਆ ਗਿਆ ਹੈ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਸਾਰੀਆਂ ਜੋ ਪ੍ਰੋਵੀਜ਼ਨਸ ਹਨ ਇਸ ਟਰਾਈਬਲ ਏਰੀਆਜ਼ ਦੇ ਨਾਲ ਰਿਲੇਟਡ ਜੋ ਹਨ ਉਹ ਸ਼ਾਮਿਲ ਕੀਤੀਆਂ ਗਈਆਂ ਹਨ। ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਸਟੇਟਸ ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਸੋ ਤੁਸੀਂ ਇਸ ਨੂੰ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਹੈ। ਇਸ ਦੇ ਨਾਲ ਹੀ ਜੋ 7th ਅਨੁਸੂਚੀ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਵਿੱਚ, ਕਿਉਂਕਿ ਪੁੱਛ ਲਿਆ ਜਾਂਦਾ ਹੈ ਸੰਘ ਤੇ ਰਾਜਾਂ ਦੇ ਵਿਚਕਾਰ ਜੋ ਸ਼ਕਤੀਆਂ ਦੀ ਵੰਡ ਹੋਈ ਹੈ ਉਹ ਭਾਰਤੀ ਸੰਵਿਧਾਨ ਦੀ ਕਿਸ ਅਨੁਸੂਚੀ ਦੇ ਵਿੱਚ ਸ਼ਾਮਿਲ ਹੈ। ਸੋ ਇਹ ਬਹੁਤ ਹੀ ਜ਼ਿਆਦਾ ਪੇਪਰ ਦੇ ਵਿੱਚ ਰਿਪੀਟ ਹੋਣ ਵਾਲਾ ਕੁਐਸਚਨ ਵੀ ਹੈ, ਵੈਰੀ ਇੰਪੋਰਟੈਂਟ ਕੁਐਸਚਨ ਮੰਨ ਕੇ ਤੁਸੀਂ ਇਸ ਨੂੰ ਚੱਲ ਸਕਦੇ ਹੋ। ਇਸ ਦੇ ਬਹੁਤ ਚਾਂਸਿਸ ਹਨ ਪੇਪਰ ਦੇ ਵਿੱਚ ਕਿਸੇ ਤਰ੍ਹਾਂ ਵੀ ਇਸ ਵਿੱਚੋਂ ਜੋ ਹੈ ਕੁਐਸਚਨ ਪੁੱਟ ਕੀਤਾ ਜਾ ਸਕੇ। ਸੋ ਜੋ 7ਵੀਂ ਅਨੁਸੂਚੀ ਹੈ ਇਹ ਹੈ ਸੰਘ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੇ ਨਾਲ ਸੰਬੰਧਿਤ।
ਹੁਣ ਇਸ ਜੋ ਅਨੁਸੂਚੀ ਨੂੰ ਜੋ ਹੈ ਅੱਗੇ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੋ ਅਨੁਸੂਚੀ ਇਹ ਹੈ ਸੰਘ ਤੇ ਰਾਜਾਂ ਵਿਚਕਾਰ ਜੋ ਸ਼ਕਤੀਆਂ ਦੀ ਵੰਡ ਹੁੰਦੀ ਹੈ ਉਹ 3 ਤਰ੍ਹਾਂ ਹੁੰਦੀ ਹੈ। ਇਸ ਦੇ ਵਿੱਚ 3 ਜੋ ਸੂਚੀਆਂ ਬਣਾਈਆਂ ਜਾਂਦੀਆਂ ਹਨ, ਅਸੀਂ ਦੇਖ ਸਕਦੇ ਹਾਂ। ਸਭ ਤੋਂ ਪਹਿਲਾਂ ਹੁੰਦੀ ਹੈ ਯੂਨੀਅਨ ਲਿਸਟ, ਸੰਘੀ ਸੂਚੀ, ਰਾਜ ਸੂਚੀ, ਸੰਵਰਤੀ ਸੂਚੀ। ਜੋ ਯੂਨੀਅਨ ਲਿਸਟ ਹੈ ਇਸ ਦੇ ਵਿੱਚ ਜੋ ਹੈ ਕੇਂਦਰ ਕਾਨੂੰਨ ਬਣਾ ਸਕਦਾ ਹੈ, ਕੇਂਦਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ। ਜੋ ਦੂਸਰੀ ਅਨੁਸੂਚੀ ਹੈ ਰਾਜ ਸੂਚੀ, ਇਸ ਦੇ ਵਿੱਚ ਕੀ ਕਰ ਸਕਦਾ ਹੈ, ਰਾਜ ਕਾਨੂੰਨ ਬਣਾ ਸਕਦਾ ਹੈ, ਰਾਜ ਦੀ ਰਿਸਪੌਂਸਿਬਿਲਟੀ ਹੁੰਦੀ ਹੈ। ਜੋ ਤੀਸਰੀ ਆਉਂਦੀ ਹੈ ਕਨਕਰੰਟ ਲਿਸਟ ਜੋ ਹੁੰਦੀ ਹੈ ਸਮਵਰਤੀ ਸੂਚੀ, ਇਸ ਦੇ ਵਿੱਚ ਰਾਜ ਵੀ ਕਾਨੂੰਨ ਬਣਾ ਸਕਦਾ ਹੈ, ਕੇਂਦਰ ਵੀ ਬਣਾ ਸਕਦਾ ਹੈ। ਪਰ ਜੇਕਰ ਜੋ ਹੈ ਦੋਵਾਂ ਦਾ ਜੋ ਹੈ ਇਹਨਾਂ ਦੇ ਜੋ ਡਿਸੀਜ਼ਨ ਹੋਣਗੇ ਉਹ ਇੱਕ ਦੂਜੇ ਨਾਲ ਸੇਮ ਨਾ ਹੋਣਗੇ, ਕਿਸੇ ਤਰ੍ਹਾਂ ਵੀ ਮਤਭੇਦ ਪੈਦਾ ਹੋ ਜਾਂਦਾ ਹੈ, ਤਾਂ ਜੋ ਆਖਰੀ ਫੈਸਲਾ ਹੋਏਗਾ, ਆਖਰੀ ਅਧਿਕਾਰ ਹੋਏਗਾ ਉਸ ਕਾਨੂੰਨ ਨੂੰ ਲਾਗੂ ਕਰਨ ਦਾ ਜਾਂ ਕਿਵੇਂ ਵੀ, ਤਾਂ ਉਸ 'ਤੇ ਜੋ ਹੈ ਕੇਂਦਰ ਦੀ ਜੋ ਹੈ ਸਭ ਤੋਂ ਪਹਿਲਾਂ ਜੋ ਹੈ ਉਸਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਕੇਂਦਰ ਜੋ ਹੈ ਉਹ ਮੁੱਖ ਜੋ ਹੈ ਰੱਖਿਆ ਜਾਂਦਾ ਹੈ ਸਮਵਰਤੀ ਸੂਚੀ ਦੇ ਵਿੱਚ। ਕੇਂਦਰ ਤੇ ਰਾਜ ਬਣਾ ਦੋਵੇਂ ਹੀ ਸਕਦੇ ਹਨ, ਪਰ ਜੋ ਜ਼ਿਆਦਾ ਜੋ ਪਾਵਰਸ ਕਿਹਦੇ ਕੋਲ ਹਨ ਉਹ ਕੇਂਦਰ ਦੇ ਕੋਲ ਹਨ। ਸੋ ਤੁਸੀਂ ਇਹ ਤਿੰਨਾਂ ਜੋ ਸੂਚੀਆਂ ਹਨ ਇਹਨਾਂ ਨੂੰ ਯਾਦ ਰੱਖਣਾ ਹੈ। ਜੋ ਵੰਡ ਕੀਤੀ ਗਈ ਹੈ ਸੰਘ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ, ਇਹ 3 ਜੋ ਹਨ ਇਹ ਸੂਚੀਆਂ ਬਣਾਈਆਂ ਗਈਆਂ ਹਨ। ਇਸ ਦੇ ਵਿੱਚ ਹੁਣ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿੰਨੇ ਵਿਸ਼ੇ ਕਿਸ ਸੂਚੀ ਵਿੱਚ ਹਨ, ਪਹਿਲਾਂ ਕਿੰਨੇ ਜੋ ਵਿਸ਼ੇ ਸਨ, ਹੁਣ ਕਿੰਨੇ, ਵਰਤਮਾਨ ਕਿੰਨੇ ਹਨ। ਸੋ ਸਾਰੇ ਹੀ ਫੈਕਟ ਤੁਸੀਂ ਦੇਖ ਸਕਦੇ ਹੋ। ਜੇਕਰ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਜਦੋਂ ਸੰਵਿਧਾਨ ਦੀ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਸਨ 97 ਵਿਸ਼ੇ ਜੋ ਸਨ ਉਹ ਸੰਘੀ ਸੂਚੀ ਦੇ ਵਿੱਚ, ਜੋ ਰਾਜ ਸੂਚੀ ਦੇ ਵਿੱਚ 66 ਵਿਸ਼ੇ ਸਨ ਅਤੇ 47 ਵਿਸ਼ੇ ਜੋ ਸਨ ਉਹ ਸਮਵਰਤੀ ਸੂਚੀ ਦੇ ਵਿੱਚ ਸਨ। ਜੇਕਰ ਤੁਹਾਨੂੰ ਵਰਤਮਾਨ ਪੁੱਛ ਲਿਆ ਜਾਵੇ, ਜੇ ਪਹਿਲਾਂ ਤਾਂ ਜੋ ਸਨ 97, 66 ਅਤੇ 47 ਇਹਨਾਂ ਤਿੰਨਾਂ ਜੋ ਸੀਰੀ ਵਾਈਜ਼ ਇਹਨਾਂ ਸੂਚੀਆਂ ਦੇ ਵਿੱਚ ਸਨ, ਵਿਸ਼ੇ ਸ਼ਾਮਿਲ ਕੀਤੇ ਗਏ ਸਨ। ਪਰ ਅੱਜ ਜੋ ਵਰਤਮਾਨ ਦੀ ਗੱਲ ਕਰੀਏ ਤਾਂ ਇਹ ਜੋ ਵਿਸ਼ੇ ਹਨ ਇਹਨਾਂ ਦੀ ਗਿਣਤੀ ਵੱਧ ਚੁੱਕੀ ਹੈ। ਜੇਕਰ ਆਪਾਂ ਸੰਘੀ ਸੂਚੀ ਦੀ ਗੱਲ ਕਰੀਏ, ਕੇਂਦਰ ਤੇ ਜਿਸ ਦਾ ਜੋ ਪੂਰਾ ਹੈ ਰਿਲੇਟਡ ਹੈ, ਇਸ ਦੇ ਵਿੱਚ ਕਿੰਨੇ ਵਿਸ਼ੇ ਹਨ, 100 ਵਿਸ਼ੇ। ਇਸ ਦੇ ਵਿੱਚ 100 ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਰਾਜ ਸੂਚੀ ਦੇ ਵਿੱਚ 61 ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਕਰੰਟ ਜੋ ਲਿਸਟ ਬਣਾਈ ਗਈ ਹੈ ਸਮਵਰਤੀ ਸੂਚੀ, ਜਿਸ ਦੇ ਵਿੱਚ ਸਿੱਖਿਆ ਨਾਲ ਸੰਬੰਧਿਤ ਜੋ ਹੈ ਐਜੂਕੇਸ਼ਨ ਨਾਲ ਰਿਲੇਟਡ ਜੋ ਕੋਈ ਵੀ ਜੋ ਡਿਸੀਜ਼ਨ ਆਉਂਦਾ ਹੈ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ, ਤਾਂ ਉਹ ਕੀਤਾ ਗਿਆ ਹੈ ਕਨਕਰੰਟ ਲਿਸਟ ਦੇ ਵਿੱਚ, ਸਮਵਰਤੀ ਸੂਚੀ ਦੇ ਵਿੱਚ, ਜਿਸ ਵਿੱਚ ਰਾਜ ਵੀ ਕਾਨੂੰਨ ਬਣਾ ਸਕਦਾ ਹੈ, ਕੇਂਦਰ ਵੀ। ਪਰ ਜੋ ਕੇਂਦਰ ਦੀ ਜੋ ਹੈ ਉਹ ਜ਼ਿਆਦਾ ਉਹਦੇ ਹੱਥ ਪਾਵਰ ਹੁੰਦੀ ਹੈ। ਅਤੇ ਇਸ ਦੇ ਵਿੱਚ ਵਿਸ਼ੇ ਕਿੰਨੇ ਹਨ ਪੁੱਛ ਲਿਆ ਜਾਵੇ ਵਰਤਮਾਨ, ਤਾਂ ਇਸ ਦੇ ਵਿੱਚ 52 ਵਿਸ਼ੇ ਹਨ। ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਗਿਣਤੀ 47 ਤੋਂ ਜੋ ਹੈ ਉਹ 52 ਹੋ ਚੁੱਕੀ ਹੈ। ਅਤੇ ਜੋ ਸੰਘੀ ਸੂਚੀ ਜੋ ਹੈ ਉਸ ਦੇ ਵਿੱਚ ਜੋ 97 ਤੋਂ ਉਸ ਦੀ ਗਿਣਤੀ 100 ਹੋ ਚੁੱਕੀ ਹੈ, ਅਤੇ ਜੋ ਰਾਜ ਸੂਚੀ ਹੈ ਉਸ ਦੀ ਗਿਣਤੀ ਜੋ ਹੈ ਉਹ 61 ਹੋ ਚੁੱਕੀ ਹੈ। 66 ਤੋਂ ਜੋ ਹੈ ਇਸ ਦੇ ਵਿੱਚ ਇਹ ਘਟ ਚੁੱਕੀ ਹੈ। ਸੋ ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਬਹੁਤ ਹੀ ਜੋ ਇੰਪੋਰਟੈਂਟ ਵੇ ਦੇ ਨਾਲ ਇਸ ਵਿੱਚੋਂ ਕੁਐਸਚਨ ਜੋ ਹੈ ਉਹ ਪੁੱਛਿਆ ਜਾ ਸਕਦਾ ਹੈ। ਸੋ ਇਹ 7ਵੀਂ ਅਨੁਸੂਚੀ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ, ਜਿਸ ਦੇ ਵਿੱਚ ਅੱਗੇ 3 ਭਾਗ ਬਣਦੇ ਹਨ, 3 ਜੋ ਸੂਚੀਆਂ ਹਨ ਉਹ ਸ਼ਾਮਿਲ ਹਨ, ਅਤੇ ਸੰਬੰਧਿਤ ਕਿਸ ਦੇ ਨਾਲ ਹੈ, ਸੰਘ ਅਤੇ ਰਾਜਾਂ ਵਿਚਕਾਰ ਜੋ ਸ਼ਕਤੀਆਂ ਹਨ ਉਸ ਦੇ ਨਾਲ। ਸੋ ਇਸ ਤਰ੍ਹਾਂ ਜੋ ਹੈ ਤੁਸੀਂ ਇਸ ਨੂੰ ਜੋ ਹੈ ਉਹ ਯਾਦ ਰੱਖਣਾ ਹੈ। ਸੋ ਬਹੁਤ ਹੀ ਜੋ ਹੈ ਇੰਪੋਰਟੈਂਟ ਜੋ ਹੈ ਇਹ ਜੋ ਅਨੁਸੂਚੀਆਂ ਹਨ, ਜਿਸ ਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ। ਨੈਕਸਟ ਅਸੀਂ ਕਰਦੇ ਹਾਂ 8ਵੀਂ ਅਨੁਸੂਚੀ ਜੋ ਹੈ ਭਾਸ਼ਾਵਾਂ ਦੇ ਨਾਲ ਸੰਬੰਧਿਤ, ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਪੁੱਛ ਲਈ ਜਾਂਦੀ ਹੈ ਸਾਨੂੰ ਜੋ ਹੈ ਇਹ ਅਨੁਸੂਚੀ ਭਾਸ਼ਾਵਾਂ ਦੇ ਨਾਲ ਸੰਬੰਧਿਤ। ਭਾਰਤੀ ਸੰਵਿਧਾਨ ਦੇ ਵਿੱਚ ਕਿਸ ਅਨੁਸੂਚੀ ਦੇ ਵਿੱਚ ਜੋ ਹੈ ਭਾਸ਼ਾਵਾਂ ਦਾ ਜੋ ਹੈ ਵਰਣਨ ਕੀਤਾ ਗਿਆ ਸੀ, ਤਾਂ ਇਹ ਸੀ 8ਵੀਂ ਅਨੁਸੂਚੀ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਫਰੈਂਡਸ, ਸਭ ਤੋਂ ਪਹਿਲਾਂ ਜੇਕਰ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਪਹਿਲਾਂ ਭਾਸ਼ਾਵਾਂ ਦੀ ਗਿਣਤੀ 14 ਸੀ, ਜੋ ਕਿ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਸਮੇਂ ਦੇ ਨਾਲ ਇਸ ਦੇ ਵਿੱਚ 8 ਭਾਸ਼ਾਵਾਂ ਜੋ ਹਨ ਉਹ ਹੋਰ ਸ਼ਾਮਿਲ ਕੀਤੀਆਂ ਗਈਆਂ, ਜਿਸ ਦੇ ਵਿੱਚ 1967 ਦੇ ਵਿੱਚ ਜੋ ਹੈ ਸਿੰਧੀ ਸ਼ਾਮਿਲ ਕੀਤੀ ਗਈ ਲੈਂਗੁਏਜ। ਇਸ ਦੇ ਨਾਲ ਹੀ ਜੋ ਹੈ ਇੱਕ 1992 ਦੇ ਵਿੱਚ ਜੋ ਹੈ ਕੋਂਕਣੀ ਜੋ ਇੱਕ ਲੈਂਗੁਏਜ ਹੈ ਉਹ ਸ਼ਾਮਿਲ ਕੀਤੀ ਗਈ। ਮਣੀਪੁਰ ਇਸ ਤੋਂ ਬਾਅਦ ਸ਼ਾਮਿਲ ਹੋਈ 2003 ਵਿੱਚ, ਮੈਥਲੀ, ਸੰਥਾਲੀ, ਇਸ ਤਰ੍ਹਾਂ ਜੋ ਡੋਗਰੀ, ਬੋਡੋ, ਬਹੁਤ ਸਾਰੀਆਂ ਜੋ ਹਨ ਇਹ ਲੈਂਗੁਏਜ ਜੋ ਹਨ 8 ਐਕਸਟਰਾ ਜੋ ਲੈਂਗੁਏਜ ਹਨ 8 ਇਹਨਾਂ ਨੂੰ ਸ਼ਾਮਿਲ ਕੀਤਾ ਗਿਆ। ਤਾਂ ਇਹਨਾਂ ਦੀ ਜੋ ਗਿਣਤੀ ਹੈ ਉਹ ਕਿੰਨੀ ਹੋ ਗਈ, 14 + 8 ਇਹ ਹੋ ਗਈ 22। ਜੇਕਰ ਹੁਣ ਪੁੱਛਿਆ ਜਾਵੇ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾ
ਭਾਸ਼ਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਕਿੰਨਿਆਂ ਨੂੰ ਜੋ ਮਾਨਤਾ ਦਿੱਤੀ ਗਈ ਹੈ, ਤਾਂ ਇਹ 22 ਭਾਸ਼ਾਵਾਂ ਹਨ। ਪੇਪਰ ਵਿੱਚ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਤੇ ਇਸ ਦੀ ਅਨੁਸੂਚੀ ਜੋ ਹੈ, ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਪੁੱਛ ਲਈ ਜਾਂਦੀ ਹੈ 8ਵੀਂ ਅਨੁਸੂਚੀ ਦੇ ਵਿੱਚ। ਸੋ ਲੈਂਗੁਏਜ ਦਾ ਜ਼ਿਕਰ ਤੁਸੀਂ ਯਾਦ ਰੱਖਣਾ 8ਵੀਂ ਅਨੁਸੂਚੀ ਦੇ ਵਿੱਚ ਹੈ। ਇਸ ਦੇ ਨਾਲ ਨੈਕਸਟ ਬਹੁਤ ਹੀ ਇੰਪੋਰਟੈਂਟ ਜੋ ਅਨੁਸੂਚੀ ਹੈ ਸਾਡੇ ਸਾਹਮਣੇ ਹੈ 9ਵੀਂ ਅਨੁਸੂਚੀ, ਜਿਸ ਦੇ ਵਿੱਚ ਕੀ ਹੈ, ਕੁਝ ਕਾਨੂੰਨ ਸ਼ਾਮਿਲ ਕੀਤੇ ਗਏ ਹਨ, ਜਿਸ ਨੂੰ ਜੋ ਹੈ ਅਦਾਲਤਾਂ ਦੇ ਸਾਹਮਣੇ ਜੋ ਹੈ, ਅਦਾਲਤਾਂ ਦੇ ਵਿੱਚ ਜੋ ਹੈ ਉਹ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਫਰੈਂਡਸ, ਬਹੁਤ ਹੀ ਇੰਪੋਰਟੈਂਟ ਫੈਕਟ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਪਹਿਲੀ ਜੋ ਐਡੀਸ਼ਨਲ ਜੋ ਅਨੁਸੂਚੀ ਹੈ, ਜੋ ਪਹਿਲੀ ਸ਼ਾਮਿਲ ਕੀਤੀ ਗਈ, ਕਿਉਂਕਿ ਅਸੀਂ ਜਾਣ ਚੁੱਕੇ ਹਾਂ ਕਿ ਸਭ ਤੋਂ ਪਹਿਲਾਂ ਜੋ ਸਨ ਉਹ 8 ਅਨੁਸੂਚੀਆਂ ਸਨ। ਬਾਅਦ ਵਿੱਚ ਜੋ 9ਵੀਂ 10ਵੀਂ 11ਵੀਂ 12ਵੀਂ ਅਨੁਸੂਚੀ ਹੈ, ਇਹ ਬਾਅਦ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਤੇ ਪੁੱਛ ਲਿਆ ਜਾਂਦਾ ਹੈ ਸਮਾਂ ਕਿਹੜੀ ਸੰਵਿਧਾਨਿਕ ਸੋਧ ਦੇ ਨਾਲ ਜੋ 9ਵੀਂ ਅਨੁਸੂਚੀ ਸ਼ਾਮਿਲ ਕੀਤੀ ਗਈ ਹੈ, ਤਾਂ ਇਹ ਸੋਧ ਹੋਈ ਸੀ 1951 ਦੇ ਵਿੱਚ। ਜੋ ਹੈ 9ਵੀਂ ਸੋਧ ਜੋ ਹੈ, ਇਸ ਨੂੰ ਸ਼ਾਮਿਲ ਕੀਤਾ ਗਿਆ ਸੀ, 9ਵੀਂ ਅਨੁਸੂਚੀ ਨੂੰ ਫਰੈਂਡਸ ਸ਼ਾਮਿਲ ਕੀਤਾ ਗਿਆ ਸੀ। ਇਸ ਸੋਧ ਦੇ ਵਿੱਚ ਜੋ ਸੰਵਿਧਾਨਿਕ ਸੋਧ ਸੀ, ਐਕਟ ਸੀ 1951 ਦਾ। ਇਸ ਦੇ ਵਿੱਚ ਜੋ ਹੈ ਸੰਪत्ति ਦੇ ਅਧਿਗ੍ਰਹਿਣ ਵਿਧੀਆਂ ਦਾ ਜੋ ਹੈ ਵਰਣਨ ਕੀਤਾ ਗਿਆ, ਤੇ ਇਸ ਨੂੰ ਅਦਾਲਤ ਦੇ ਵਿੱਚ ਜੋ ਹੈ ਉਹ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸੋ ਤੁਸੀਂ ਇਸ ਅਨੁਸੂਚੀ ਨੂੰ ਜੋ ਹੈ ਯਾਦ ਰੱਖਣਾ ਹੈ, ਸਭ ਤੋਂ ਪਹਿਲੀ ਐਡੀਸ਼ਨਲ ਅਨੁਸੂਚੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਜੋ 10ਵੀਂ ਅਨੁਸੂਚੀ ਵਿੱਚ ਕੀ ਸ਼ਾਮਿਲ ਕੀਤਾ ਗਿਆ, ਤਾਂ ਇਸ ਵਿੱਚ ਦਲ ਬਦਲੀ ਜੋ ਵਿਰੋਧੀ ਕਾਨੂੰਨ ਹਨ ਉਹ ਸ਼ਾਮਿਲ ਕੀਤੇ ਗਏ ਹਨ। ਦਲ ਬਦਲੀ ਵਿਰੋਧੀ ਕਾਨੂੰਨ ਜੋ ਸ਼ਾਮਿਲ ਕੀਤੇ ਗਏ ਹਨ ਉਹ ਹੈ 10ਵੀਂ ਅਨੁਸੂਚੀ ਦੇ ਵਿੱਚ। ਤੇ ਇਸ ਦਾ ਵੀ ਟਾਈਮ ਪੁੱਛ ਲਿਆ ਜਾਂਦਾ ਹੈ ਕਿ ਇਹ ਕਦੋਂ ਜੋੜੇ ਗਏ ਹਨ, ਕਿਸ ਜੋ ਹੈ ਸੋਧ ਦੇ ਵਿੱਚ ਜੋੜੇ ਗਏ ਹਨ, ਤਾਂ ਇਹ ਸੋਧ ਹੋਈ ਸੀ 52ਵੀਂ ਸੋਧ 52 ਜੋ ਹੈ ਅਮੈਂਡਮੈਂਟ ਹੋਈ ਸੀ, ਇਸ ਦੇ ਵਿੱਚ ਇਹ ਹੋਈ ਸੀ 1985 ਈਸਵੀ ਨੂੰ। ਸੋ ਸਮਾਂ ਵੀ ਤੁਸੀਂ ਯਾਦ ਰੱਖਣਾ ਹੈ। ਜੋ ਪਹਿਲੀ ਐਡੀਸ਼ਨਲ ਸ਼ਾਮਿਲ ਕੀਤੀ ਗਈ ਉਹ ਜੋ ਸੀ 1951 ਦਾ ਟਾਈਮ ਸੀ, ਠੀਕ ਹੈ। ਸੰਵਿਧਾਨਿਕ ਜੋ ਸੋਧ ਐਕਟ ਦੇ ਰਾਹੀਂ ਉਸ ਨੂੰ 9th ਨੂੰ ਜੋ ਹੈ ਅਨੁਸੂਚੀ ਨੂੰ ਸ਼ਾਮਿਲ ਕੀਤਾ ਗਿਆ ਸੀ। ਜੋ 10th ਅਨੁਸੂਚੀ ਹੈ, 10ਵੀਂ ਅਨੁਸੂਚੀ ਹੈ, ਦੂਸਰੀ ਜੋ ਐਡੀਸ਼ਨਲ ਆਉਂਦੀ ਹੈ ਉਹ ਹੈ 52ਵੀਂ ਸੋਧ ਦੇ ਵਿੱਚ 1985 ਈਸਵੀ ਦੇ ਵਿੱਚ ਜੋੜੀ ਗਈ ਸੀ। ਦਲ ਬਦਲੀ ਜੋ ਸੰਬੰਧੀ ਵਿਵਸਥਾ ਹੈ ਉਸ ਭਾਰਤ ਦੀ ਸੰਵਿਧਾਨ ਦੀ ਅਨੁਸੂਚੀ 10ਵੀਂ ਦੇ ਵਿੱਚ ਕੀਤੀ ਗਈ ਸੀ। ਸੋ ਤੁਸੀਂ ਇਹ ਜੋ ਹੈ ਇੰਪੋਰਟੈਂਟ ਹੈ, ਇਸ ਦੇ ਵਿੱਚੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸਾਰੀਆਂ ਹੀ ਤੁਸੀਂ ਅਨੁਸੂਚੀਆਂ ਦੇ ਵਿੱਚ ਕੀ ਕੀ ਹੈ ਉਹ ਯਾਦ ਰੱਖਣਾ ਹੈ। ਜੋ ਲਾਸਟ ਦੋ ਅਨੁਸੂਚੀਆਂ ਬਚਦੀਆਂ ਹਨ, ਪੰਚਾਇਤੀ ਰਾਜ ਤੇ ਨਗਰਪਾਲਿਕਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ। 11ਵੀਂ ਅਨੁਸੂਚੀ ਦੀ ਗੱਲ ਕਰੀਏ ਤਾਂ ਪੰਚਾਇਤੀ ਰਾਜ ਦੇ ਵਿੱਚੋਂ ਜੋ ਹੈ ਬਹੁਤ ਹੀ ਇੰਪੋਰਟੈਂਟ ਫੈਕਟ ਜੋ ਹਨ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਹਨ। ਤੇ ਇਸ ਦੀ ਅਨੁਸੂਚੀ ਪੇਪਰ ਵਿੱਚ ਪੁੱਛ ਲਈ ਜਾਂਦੀ ਹੈ ਕਿ ਪੰਚਾਇਤੀ ਰਾਜਾਂ ਦਾ ਜੋ ਵਰਣਨ ਹੈ ਉਹ ਭਾਰਤ ਦੀ ਸੰਵਿਧਾਨ ਦੀ ਜੋ ਕਿਸ ਅਨੁਸੂਚੀ ਦੇ ਵਿੱਚ ਕੀਤਾ ਗਿਆ ਹੈ, ਤਾਂ ਇਹ ਹੈ 11ਵੀਂ ਅਨੁਸੂਚੀ ਦੇ ਵਿੱਚ। ਜੇਕਰ ਅਸੀਂ ਗੱਲ ਕਰੀਏ ਕਿ ਇਹ ਜੋ ਅਨੁਸੂਚੀ ਹੈ ਕਿਸ ਸੋਧ ਦੇ ਦੁਆਰਾ ਜੋੜੀ ਗਈ, ਕਦੋਂ ਜੋੜੀ ਗਈ, ਤਾਂ ਇਹ ਜੋ ਪੰਚਾਇਤੀ ਰਾਜ ਨਾਲ ਰਿਲੇਟਡ ਅਨੁਸੂਚੀ ਹੈ ਇਹ ਜੋੜੀ ਗਈ ਸੀ 73ਵੀਂ ਜੋ ਹੈ ਅਮੈਂਡਮੈਂਟ 73 ਅਮੈਂਡਮੈਂਟ ਹੋਈ ਸੀ। 73ਵੀਂ ਸੰਵਿਧਾਨਿਕ ਸੋਧ ਹੋਈ ਸੀ, ਕਦੋਂ ਹੋਈ ਸੀ 1993 ਦੇ ਵਿੱਚ। 1993 ਦੇ ਵਿੱਚ ਜੋ ਹੈ ਇਹ ਜੋ ਅਨੁਸੂਚੀ ਹੈ ਭਾਰਤੀ ਸੰਵਿਧਾਨ ਵਿੱਚ ਐਡ ਕੀਤੀ ਗਈ ਹੈ। ਪੰਚਾਇਤੀ ਰਾਜ ਦੇ ਅੰਡਰ ਜੋ ਕਿੰਨੇ ਵਿਸ਼ੇ ਆਉਂਦੇ ਹਨ, ਤਾਂ ਇਸ ਵਿੱਚ ਕੰਮ ਕਰਨ ਲਈ ਜੋ ਹੈ 29 ਵਿਸ਼ੇ ਜੋ ਹੈ ਇਸ ਨੂੰ ਜੋ ਹੈ ਦਿੱਤੇ ਗਏ। 3 ਪੱਧਰੀ ਹੁੰਦੀ ਹੈ ਪੰਚਾਇਤੀ ਰਾਜ ਪ੍ਰਣਾਲੀ, ਪਰ ਕਈ ਜਗ੍ਹਾ ਤੇ 4 ਪੱਧਰੀ ਵੀ ਹੈ, ਵੈਸਟ ਬੰਗਾਲ ਜਾਂ ਹੋਰ ਥਾਵਾਂ ਦੇ ਵਿੱਚ, ਪਰ ਜ਼ਿਆਦਾ ਜੋ ਹੈ 3 ਪੱਧਰੀ। ਤੇ ਇਸ ਦੇ ਵਿੱਚ ਵਿਸ਼ੇ ਪੁੱਛ ਲਏ ਜਾਂਦੇ ਹਨ, ਤਾਂ 29 ਵਿਸ਼ਿਆਂ ਤੇ ਜੋ ਹੈ ਪੰਚਾਇਤੀ ਰਾਜ ਜੋ ਹੈ ਉਹ ਕੰਮ ਕਰਦੀ ਹੈ। ਸੋ ਇਸ ਦੀ ਅਨੁਸੂਚੀ ਤੁਸੀਂ ਯਾਦ ਰੱਖਣੀ ਹੈ, ਬਹੁਤ ਹੀ ਜ਼ਿਆਦਾ ਵੈਰੀ ਇੰਪੋਰਟੈਂਟ ਜੋ ਕੁਐਸਚਨ ਬਣਦਾ ਹੈ ਅਨੁਸੂਚੀ ਦਾ, ਕਿਸ ਅਨੁਸੂਚੀ ਵਿੱਚ ਪੰਚਾਇਤੀ ਰਾਜ ਦਾ ਜੋ ਵਰਣਨ ਕੀਤਾ ਗਿਆ ਹੈ, ਤਾਂ 11ਵੀਂ ਅਨੁਸੂਚੀ। ਜੇਕਰ ਇਸ ਦਾ ਟਾਈਮ ਪੁੱਛਿਆ ਜਾਵੇ ਕਿਸ ਸੋਧ ਦੁਆਰਾ, 73ਵੀਂ ਸੋਧ 1993 ਦੇ ਵਿੱਚ 29 ਵਿਸ਼ੇ ਇਸ ਵਿੱਚ ਹਨ, ਤੇ 3 ਪੱਧਰੀ ਜੋ ਹੈ ਇਹ ਜ਼ਿਆਦਾਤਰ ਜੋ ਹੈ ਕੰਮ ਕਰਨ ਦੇ ਇਸ ਤੇ 3 ਪੱਧਰ ਹੁੰਦੇ ਹਨ ਪੰਚਾਇਤਾਂ ਦੇ ਵਿੱਚ। ਇੱਕ ਹੋਰ ਇੰਪੋਰਟੈਂਟ ਫਰੈਂਡਸ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਕਿਸ ਰਾਜ ਦੇ ਵਿੱਚ ਜੋ ਹੈ ਪੰਚਾਇਤੀ ਰਾਜ ਪ੍ਰਣਾਲੀ ਦੀ ਜੋ ਹੈ ਸ਼ੁਰੂਆਤ ਹੋਈ ਸੀ, ਤਾਂ ਇਸ ਦੀ ਜੋ ਸ਼ੁਰੂਆਤ ਸੀ ਰਾਜਸਥਾਨ ਦੇ ਨਾਗੌਰ ਡਿਸਟ੍ਰਿਕਟ ਦੇ ਵਿੱਚ। ਜੇਕਰ ਟਾਈਮ ਦੇਖਿਆ ਜਾਵੇ ਤਾਂ 2 ਅਕਤੂਬਰ 1959 ਦੇ ਵਿੱਚ ਜੋ ਹੈ ਇਹ ਜੋ ਪੰਚਾਇਤੀ ਰਾਜ ਪ੍ਰਣਾਲੀ ਸੀ ਇਹ ਜੋ ਹੈ ਸਭ ਤੋਂ ਪਹਿਲਾਂ ਰਾਜ ਦੇ ਵਿੱਚ ਜੋ ਹੈ ਸਟਾਰਟ ਕੀਤੀ ਗਈ ਸੀ। ਸੋ ਇਹ ਸਾਰੇ ਹੀ ਫੈਕਟ ਜੋ ਹਨ ਇੰਪੋਰਟੈਂਟ ਹਨ। 2 ਅਕਤੂਬਰ 1959 ਤੁਸੀਂ ਯਾਦ ਰੱਖਣਾ ਹੈ, ਸਭ ਤੋਂ ਪਹਿਲਾਂ ਰਾਜਸਥਾਨ ਦੇ ਨਾਗੌਰ ਡਿਸਟ੍ਰਿਕਟ ਦੇ ਵਿੱਚ। ਹੁਣ ਅਸੀਂ ਗੱਲ ਕਰਦੇ ਹਾਂ 12ਵੀਂ ਅਨੁਸੂਚੀ ਦੇ ਵਿੱਚ, ਜੋ ਕਿ ਪੁੱਛ ਲਿਆ ਜਾਂਦਾ ਹੈ ਭਾਰਤੀ ਸੰਵਿਧਾਨ ਦੀ ਆਖਰੀ ਅਨੁਸੂਚੀ ਵਿੱਚ ਕੀ ਸ਼ਾਮਿਲ ਕੀਤਾ ਗਿਆ ਹੈ। ਨਗਰਪਾਲਿਕਾ ਦਾ ਜ਼ਿਕਰ ਕਿਸ ਜੋ ਭਾਰਤੀ ਸੰਵਿਧਾਨ ਦੀ ਅਨੁਸੂਚੀ ਵਿੱਚ ਕੀਤਾ ਗਿਆ ਤਾਂ 12ਵੀਂ ਅਨੁਸੂਚੀ ਹੈ, ਤੁਸੀਂ ਯਾਦ ਰੱਖਣਾ ਹੈ। ਇਸ ਨੂੰ ਜੋ ਹੈ ਕਦੋਂ ਜੋ ਹੈ ਸ਼ਾਮਿਲ ਕੀਤਾ ਗਿਆ,
ਤਾਂ ਇਸ ਨੂੰ ਜੋ ਹੈ 74ਵੀਂ ਸੰਵਿਧਾਨਿਕ ਸੋਧ ਦੇ ਨਾਲ ਹੀ ਜੋ ਹੈ ਸ਼ਾਮਿਲ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਦੀ 12ਵੀਂ ਅਨੁਸੂਚੀ ਬਣੀ ਹੈ ਤੇ ਇਸ ਵਿੱਚ ਜੇਕਰ ਵਿਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 18 ਵਿਸ਼ੇ ਜੋ ਹਨ ਉਹ ਸ਼ਾਮਿਲ ਕੀਤੇ ਗਏ ਹਨ। ਸੋ ਫਰੈਂਡਸ ਇਹ ਸਾਰੀਆਂ ਜੋ ਅਨੁਸੂਚੀਆਂ ਸਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ। ਪੇਪਰ ਦੇ ਵਿੱਚ ਇਸ ਵਿੱਚ ਪੁੱਛ ਲਿਆ ਜਾਂਦਾ ਹੈ। ਜੋ ਇੱਕ ਟ੍ਰਿਕ ਅਸੀਂ ਕੀਤੀ ਹੈ ਉਸ ਨੂੰ ਜੋ ਹੈ ਅਸੀਂ ਇੱਕ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਜੋ ਹੈ ਇੱਕ ਵਾਰ ਫਿਰ ਰਿਵਾਈਜ਼ ਕਰ ਸਕਦੇ ਹਾਂ, ਜਿਸ ਦੇ ਨਾਲ ਜੋ ਸਾਡੇ ਮਨ ਦੇ ਵਿੱਚ ਸਾਰੇ ਹੀ ਡਾਊਟ ਹਨ ਉਹ ਕਲੀਅਰ ਹੋ ਜਾਣ। ਸਭ ਤੋਂ ਪਹਿਲਾਂ ਅਸੀਂ ਕੀਤਾ ਸੀ SSORS ਤੇ C। ਐਸ ਤੋਂ ਅਸੀਂ ਕੀਤਾ ਹੈ ਸਟੇਟਸ ਜੋ ਸੰਘ ਰਾਜ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਹਨ ਉਹਨਾਂ ਬਾਰੇ ਕੀਤਾ, ਸੈਲਰੀ ਬਾਰੇ ਕੀਤਾ, ਓਥ ਜੋ ਸਹੁੰ ਚੁੱਕੀ ਹੈ ਉਸ ਬਾਰੇ ਕੀਤਾ, ਰਾਜ ਸਭਾ ਦੀਆਂ ਸੀਟਾਂ ਬਾਰੇ ਕੀਤਾ, SC ST ਦੀਆਂ ਜੋ ਸੀਟਾਂ ਰੱਖੀਆਂ ਗਈਆਂ ਉਸ ਦੇ ਬਾਰੇ ਕੀਤਾ। ਅਤੇ ਉਸ ਤੋਂ ਬਾਅਦ ਜੋ ਤੋਂ ਅਸੀਂ ਲਾ ਸਕਦੇ ਹਾਂ ਜੋ ਸ਼ਕਤੀਆਂ ਦੀ ਜੋ ਵੰਡ ਕੀਤੀ ਗਈ ਹੈ, ਠੀਕ ਹੈ, ਉਸ ਦੇ ਵਿੱਚ ਤੁਸੀਂ ਤੋਂ ਜੋ ਹੈ ਇਹ ਵੀ ਕਰ ਸਕਦੇ ਹੋ, ਜੋ ਸੂਚੀਆਂ ਦੀ ਗੱਲ ਕੀਤੀ ਗਈ ਹੈ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਤੋਂ ਜੋ ਹੈ ਡਿਜਿਟ ਤੋਂ ਤੁਸੀਂ ਭਾਸ਼ਾਵਾਂ ਨਾਲ ਰਿਲੇਟਡ ਮਾਈਂਡ ਦੇ ਵਿੱਚ ਰੱਖ ਸਕਦੇ ਹੋ। ਸਾਹਮਣੇ ਤੋਂ ਭਾਵ ਜੋ ਸਾਡੀ ਅਦਾਲਤ ਦੇ ਸਾਹਮਣੇ ਜੋ ਚੁਣੌਤੀ ਦਿੱਤੀ ਗਈ ਹੈ, ਕਾਨੂੰਨ ਸ਼ਾਮਿਲ ਕੀਤੇ ਗਏ ਹਨ। ਬਦਲਿਆਂ ਤੋਂ ਭਾਵ ਦਲ ਬਦਲੀ ਦਾ ਜੋ ਵਿਰੋਧੀ ਕਾਨੂੰਨ ਸ਼ਾਮਿਲ ਕੀਤਾ ਗਿਆ ਹੈ। ਪੰਚਾਇਤ ਦੇ ਨਾਲ ਹੀ 11ਵੀਂ ਅਨੁਸੂਚੀ ਦੇ ਵਿੱਚ ਪੰਚਾਇਤੀ ਦਾ ਜੋ ਰਾਜ ਦਾ ਗੱਲ ਕੀਤੀ ਗਈ ਹੈ, ਨਗਰ ਤੋਂ ਨਗਰ ਪਾਲਿਕਾ ਦੀ ਗੱਲ ਕੀਤੀ ਗਈ ਹੈ। ਸੋ ਇਸ ਟ੍ਰਿਕ ਨੂੰ ਤੁਸੀਂ ਜੇਕਰ ਆਪਣੀ ਕਾਪੀ ਦੇ ਵਿੱਚ ਲਿਖ ਕੇ ਇੱਕ ਦੋ ਵਾਰੀ ਇਸ ਨੂੰ ਜੋ ਹੈ ਮਿਲਾ ਕੇ ਇੱਕ ਦੋ ਵਾਰੀ ਤੁਸੀਂ ਰਿਪੀਟ ਕਰ ਲੈਂਦੇ ਹੋ ਜਾਂ ਵੀਡੀਓ ਇਸ ਨੂੰ ਜੋ ਹੈ ਰਿਵਾਈਜ਼ ਕਰ ਲੈਂਦੇ ਹੋ ਇੱਕ ਦੋ ਵਾਰ ਦੇਖ ਕੇ, ਤਾਂ ਤੁਹਾਡੇ ਮਾਈਂਡ ਦੇ ਵਿੱਚ ਜੋ ਸਾਰੀਆਂ ਅਨੁਸੂਚੀਆਂ ਦਾ ਇੱਕ ਮੈਪ ਕ੍ਰੀਏਟ ਹੋ ਜਾਂਦਾ ਹੈ। ਇੱਕ ਟ੍ਰਿਕ ਦੇ ਨਾਲ ਤੁਸੀਂ ਜੋ ਇਸ ਨੂੰ ਜੋ ਹੈ ਯਾਦ ਰੱਖ ਸਕਦੇ ਹੋ। ਸੋ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਇਹ ਸਾਰੇ ਜੋ ਫੈਕਟ ਹਨ ਪੇਪਰ ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਵੀ ਕੁਐਸਚਨ ਜੋ ਹੈ ਉਹ ਪੁੱਛਿਆ ਜਾ ਸਕਦਾ ਹੈ। ਆਈ ਹੋਪ ਤੁਹਾਨੂੰ ਇਹ ਵੀਡੀਓ ਜੋ ਹੈ ਬਹੁਤ ਵਧੀਆ ਲੱਗੀ ਹੋਏਗੀ। ਇਸ ਤੋਂ ਨੈਕਸਟ ਵੀ ਅਸੀਂ ਜੋ ਹੈ ਵੀਡੀਓ ਬਹੁਤ ਹੀ ਇੰਪੋਰਟੈਂਟ ਟੌਪਿਕ 'ਤੇ ਕਰਦੇ ਰਵਾਂਗੇ। ਸੋ ਫਰੈਂਡਸ, ਜੇਕਰ ਤੁਸੀਂ ਜੋ ਹੈ ਇਸ ਵੀਡੀਓ ਨੂੰ ਜੋ ਹੈ ਪਸੰਦ ਕਰਦੇ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ। ਸੋ ਫਰੈਂਡਸ, ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਜੋ ਵੀ ਤੁਹਾਨੂੰ ਜੋ ਹੈ ਇਸ ਵੀਡੀਓ ਦੇ ਵਿੱਚ ਵਧੀਆ ਲੱਗਦਾ ਹੈ, ਨੌਲੇਜੇਬਲ ਲੱਗਦਾ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ। ਥੈਂਕ ਯੂ।